Under Monra, we were studying the various characteristics of the bacteria. Now we come to the next characteristic of the bacteria, on the basis of which again the bacteria are divided into categories, two categories. What is that character? Ki actually there was a stain that was developed by a scientist Christian D. Graham. ਕ੍ਰਿਸ਼ਨ ਡੀ ਗ੍ਰਾਮ ਨੇ ਇੱਕ ਸਟੇਨ ਨੂੰ ਇਨਵੈਂਟ ਕੀਤਾ ਜਿਹਦਾ ਨਾਮ ਸੀ ਗ੍ਰੈਮ ਸਟੇਨ। ਉਹਨਾਂ ਦੇ ਨਾਮ ਦੇ ਅਕੋਰਡਿੰਗ ਹੀ ਇਹਦਾ ਨਾਮ ਗ੍ਰੈਮ ਸਟੇਨ ਬਣਿਆ। ਉਹਨਾਂ ਦੇ ਅਕੋਰਡਿੰਗ ਕੀ ਸੀਗਾ ਕਿ ਜਦੋਂ ਬੈਕਟੀਰੀਆ ਨੂੰ ਇਸ ਸਟੇਨ ਦੇ ਨਾਲ, ਸਟੇਨ ਕੀ ਹੁੰਦਾ ਕਿ ਜਿਹੜੀ ਬੈਕਟੀਰੀਆ ਜਾਂ ਕੋਈ ਵੀ ਆਰਗੇਨਿਜ਼ਮ ਕਲਰ ਲੈ ਲੈਂਦਾ ਦੈਟ ਇਜ਼ ਕਾਲਡ ਸਟੇਨ, ਮੇ ਬੀ ਪਲਾਂਟ, ਮੇ ਬੀ ਐਨੀਮਲ। ਜਦੋਂ ਅਸੀਂ ਉਹਦੀਆਂ ਸਲਾਈਡਸ ਤਿਆਰ ਕਰਦੇ ਹੈਗੇ ਉਹਨਾਂ ਨੂੰ ਮਾਈਕਰੋਸਕੋਪ ਦੇ ਲਈ ਸਟੱਡੀ ਕਰਨ ਵਾਸਤੇ ਤਾਂ ਪਰਟੀਕੂਲਰ ਟਾਈਪ ਆਫ ਸਟੇਨ ਆਰ ਗਿਵਨ ਟੂ ਮੇਕ ਦੈਮ ਵਿਜ਼ੀਬਲ। ਠੀਕ ਹੈ, ਤਾਂ ਉਹ ਸਟੇਨ ਹੁੰਦੀਆਂ ਹੈਗੀ। ਤਾਂ ਇਸ ਤਰ੍ਹਾਂ ਇੱਕ ਸਟੇਨ ਡਿਵੈਲਪ ਕੀਤੀ ਸੀਗੀ ਡੀ ਗ੍ਰਾਮ ਨੇ। ਤਾਂ ਉਹ ਜਿਹੜੀ ਗ੍ਰਾਮ ਸਟੇਨ ਸੀਗੀ ਉਹ ਬੈਕਟੀਰੀਆ ਨੂੰ ਅਪਲਾਈ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਕੁਛ ਬੈਕਟੀਰੀਆ ਤਾਂ ਉਸ ਸਟੇਨ ਨੂੰ ਲੈ ਲੈਂਦੇ ਸੀ, ਕੁਛ ਬੈਕਟੀਰੀਆ ਉਸ ਸਟੇਨ ਨੂੰ ਮੀਨਸ ਉਸ ਕਲਰ ਨੂੰ ਨਹੀਂ ਚੱਕਦੇ ਸੀਗੇ। ਜਿਹੜੇ ਸਟੇਨ ਨੂੰ ਲੈ ਲੈਂਦੇ ਸੀ ਉਹਨਾਂ ਨੂੰ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਕਹਿ ਦਿੱਤਾ ਗਿਆ, ਔਰ ਜਿਹੜੇ ਸਟੇਨ ਨਹੀਂ ਲੈ ਰਹੇ ਸੀ ਉਹਨਾਂ ਨੂੰ ਕੀ ਕਹਤਾ, ਗ੍ਰਾਮ ਨੈਗੇਟਿਵ ਬੈਕਟੀਰੀਆ। ਮੀਨਸ ਕੀ ਹੈ ਕਿ ਬੈਕਟੀਰੀਆ, ਕਾਫੀ ਸਾਰੇ ਬੈਕਟੀਰੀਆ ਇਕੱਠੇ ਕੀਤੇ ਇੱਕ ਥਾਂ 'ਤੇ, ਉਹਨਾਂ ਵਿੱਚ ਸਟੇਨ ਐਡ ਕੀਤੇ। ਆਪਾਂ ਪ੍ਰੋਸੀਜਰ ਕਰਾਂਗੇ ਵੀ ਕਿਵੇਂ ਕੀਤੇ। ਜਿਵੇਂ ਆਪਾਂ ਨਹੀਂ ਕਿ ਦੁਪੱਟੇ ਹੈਗੇ ਆ, ਮੰਨ ਲਓ ਅਸੀਂ ਕਿਸੇ ਵੀ ਡਾਈ ਵਾਲੇ ਕੋਲ ਜਾਂਦੇ ਹੈਗੇ ਆ, ਤੁਸੀਂ ਕਹਿੰਦੇ ਅਸੀਂ ਦੁਪੱਟਾ ਡਾਈ ਕਰਾਉਣਾ, ਠੀਕ ਹੈ। ਉਹ ਕਹਿੰਦੇ ਕਿ ਠੀਕ ਹੈ ਦਿਖਾਓ ਦੁਪੱਟਾ ਕਿੱਥੇ ਹੈ, ਤੁਸੀਂ 4 ਦੁਪੱਟੇ ਦਿਖਾ ਦਿੰਦੇ ਹੋ, ਉਹ ਕਹਿੰਦੇ ਵੀ ਆਹ 3 ਤਾਂ ਡਾਈ ਹੋ ਜਾਣਗੇ, ਆਹ ਨਹੀਂ ਹੁੰਦਾ, ਚੌਥਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਜੀ? ਇਹ ਰੰਗ ਨਹੀਂ ਚੱਕਦਾ ਗਾ, ਜਿੰਨਾ ਮਰਜ਼ੀ ਰੰਗ ਦੇ ਲਓ ਇਹ ਦੁਪੱਟਾ, ਇਹ ਵਾਲਾ ਜਿਹੜਾ ਫਾਈਬਰ ਹੈ ਇਹ ਰੰਗ ਨਹੀਂ ਚੱਕਦਾ। ਮਤਲਬ 3 ਤਾਂ ਸਟੇਨ ਚੱਕ ਰਹੇ ਆ, ਇੱਕ ਸਟੇਨ ਨਹੀਂ ਚੱਕ ਰਿਹਾ। ਉਸੇ ਤਰ੍ਹਾਂ ਜਿਹੜੇ ਬੈਕਟੀਰੀਆ ਹੈ, ਜੇ ਆਪਾਂ ਸਾਰੇ ਤਰ੍ਹਾਂ ਦੇ ਬੈਕਟੀਰੀਆ ਦੇਖੀਏ, ਕੁਝ ਬੈਕਟੀਰੀਆ ਤਾਂ ਐਸੇ ਹੈ ਜਿਹੜੇ ਕਿ ਜਦੋਂ ਗ੍ਰਾਮ ਸਟੇਨ ਕੀਤਾ ਜਾਂਦਾ ਤਾਂ ਉਹ ਸਟੇਨ ਲੈ ਲੈਂਦੇ ਹੈ, ਕੁਛ ਐਸੇ ਹੈ ਜਿਹੜੇ ਸਟੇਨ ਨਹੀਂ ਲੈਂਦੇ। ਜਿਹੜੇ ਸਟੇਨ ਲੈ ਲੈਂਦੇ ਉਹਨਾਂ ਨੂੰ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਕਹਿੰਦੇ ਹੈ, ਜਿਹੜੇ ਸਟੇਨ ਨਹੀਂ ਲੈਂਦੇ ਉਹਨਾਂ ਨੂੰ ਗ੍ਰਾਮ ਨੈਗੇਟਿਵ ਬੈਕਟੀਰੀਆ ਕਹਿੰਦੇ ਹੈ। ਸੋ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਆਰ ਦ ਬੈਕਟੀਰੀਆ ਦੈਟ ਟੇਕ ਅਪ ਦਾ ਕਲਰ ਆਫ ਗ੍ਰੈਮ ਸਟੇਨ। ਜਿਹੜੇ ਗ੍ਰੈਮ ਸਟੇਨ ਦਾ ਕਲਰ ਲੈ ਲੈਂਦੇ ਹੈ ਉਹਨਾਂ ਨੂੰ ਗ੍ਰੈਮ ਪੋਜ਼ਿਟਿਵ ਬੈਕਟੀਰੀਆ ਕਹਿੰਦੇ ਹੈ। ਦੀਜ਼ ਆਰ ਬੈਕਟੀਰੀਆ ਦੈਟ ਡੂ ਨਾਟ ਟੇਕ ਦਾ ਕਲਰ ਆਫ ਗ੍ਰੈਮ ਸਟੇਨ। ਇਹ ਗ੍ਰੈਮ ਸਟੇਨ ਦਾ ਕਲਰ ਨਹੀਂ ਲੈਂਦੇ। ਇਸ ਕਲਰ ਮਗਰ ਨਾ ਜਾਓ, ਇਹ ਮੈਂ ਸਟਰਕਚਰ ਤੁਹਾਨੂੰ ਅੱਗੇ ਕਰਵਾ ਰਹੀ ਹੈਗੀ ਹੈ। ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਵਾਈ ਸਮ ਬੈਕਟੀਰੀਆ ਟੇਕ ਅਪ ਦਾ ਸਟੇਨ ਐਂਡ ਵਾਈ ਅਦਰਸ ਡੂ ਨਾਟ ਟੇਕ ਅਪ ਦਾ ਸਟੇਨ। ਜੇ ਆਪਾਂ ਧਿਆਨ ਨਾਲ ਦੇਖੀਏ, ਅਸੀਂ ਕਿਹਾ ਸੀ ਕਿ ਬੈਕਟੀਰੀਆ ਦੀਆਂ 3 ਐਨਵੈਲਪ ਹੁੰਦੀਆਂ, ਯਾਦ ਹੈ ਆਪਾਂ? ਇੱਕ ਬਾਹਰਲੀ ਮਿਊਸੀਲੇਜ ਲੇਅਰ ਕਹੀ ਸੀ, ਇੱਕ ਸੈੱਲ ਵਾਲ ਕਹੀ ਸੀ, ਇੱਕ ਪਲਾਜ਼ਮਾ ਮੈਂਬਰੇਨ। ਤਾਂ ਸਭ ਤੋਂ ਅੰਦਰ ਕੀ ਸੀ? ਪਲਾਜ਼ਮਾ ਮੈਂਬਰੇਨ। ਫਿਰ ਕੀ ਹੈਗੀ ਹੈ? ਸੈੱਲ ਵਾਲ। ਮੇਨ ਤਾਂ ਪਲਾਜ਼ਮਾ ਮੈਂਬਰੇਨ ਅਤੇ ਸੈੱਲ ਵਾਲ ਨੇ ਰੋਲ ਪਲੇ ਕਰਨਾ ਹੈਗਾ, ਠੀਕ ਹੈ। ਤਾਂ ਜਦੋਂ ਅਸੀਂ ਸਟੇਨ ਦਿੰਦੇ ਹਾਂ ਸੈੱਲ ਵਾਲ ਉਸ ਸਟੇਨ ਨੂੰ ਚੱਕ ਲੈਂਦੀ ਹੈ। ਬਟ ਵਾਟ ਹੈਪਨਸ ਇਨ ਦੀਜ਼ ਬੈਕਟੀਰੀਆ, ਇਹਨਾਂ ਕੋਲੇ ਸੈੱਲ ਮੈਂਬਰੇਨ, ਸੈੱਲ ਵਾਲ ਪਤਲੀ ਹੁੰਦੀ ਆ। ਉਧਰ ਸੈੱਲ ਵਾਲ ਕੀ ਸੀ? ਇਹ ਥਿੱਕ ਸੀ। ਪਹਿਲੀ ਗੱਲ ਸੈੱਲ ਵਾਲ ਇੱਥੇ ਬਹੁਤ ਹੀ ਜ਼ਿਆਦਾ ਪਤਲੀ ਹੈ। ਦੂਸਰੀ ਗੱਲ ਇਸ ਤੋਂ ਬਾਹਰ ਇੱਕ ਹੋਰ ਲੇਅਰ ਪ੍ਰੈਜ਼ੈਂਟ ਹੈ ਜਿਹਨੂੰ ਅਸੀਂ ਲਾਈਪੋਪ੍ਰੋਟੀਨ ਲੇਅਰ ਕਹਿੰਦੇ ਹਾਂ। ਕਿਹੜੀ ਲੇਅਰ ਕਹਿੰਦੇ ਆ? ਲਾਈਪੋਪ੍ਰੋਟੀਨ ਲੇਅਰ। ਦਿਸ ਲੇਅਰ ਡਜ਼ਨਟ ਅਲਾਓ ਦਾ ਸਟੇਨ ਟੂ ਐਂਟਰ। ਨਾ ਤਾਂ ਸਟੇਨ ਇਹ ਆਪ ਚੱਕਦੀ ਹੈ, ਨਾ ਹੀ ਸਟੇਨ ਨੂੰ ਐਂਟਰ ਕਰਨ ਦਿੰਦੀ ਹੈ ਸੈੱਲ ਦੇ, ਜਿਹਦੇ ਕਰਕੇ ਇਹ ਵਾਲੇ ਜਿਹੜੇ ਬੈਕਟੀਰੀਆ ਹੈ ਦੇ ਡੂ ਨਾਟ ਟੇਕ ਅਪ ਦਾ color of the stain, so they are called gram negative bacteria. So lipoprotein layer make the bacteria gram negative. ਸੋ ਪਤਾ ਲੱਗ ਗਿਆ ਗ੍ਰਾਮ ਪੋਜ਼ਿਟਿਵ ਕਿਹੜੇ ਹੈ? ਜਿਨ੍ਹਾਂ 'ਚ ਲਾਈਪੋਪ੍ਰੋਟੀਨ ਲੇਅਰ ਨਹੀਂ ਹੁੰਦੀ ਉਹ ਗ੍ਰਾਮ ਪੋਜ਼ਿਟਿਵ ਹੈ, ਜਿਨ੍ਹਾਂ 'ਚ ਲਾਈਪੋਪ੍ਰੋਟੀਨ ਲੇਅਰ ਹੋਏਗੀ ਉਹ ਕੀ ਹੋਣਗੇ? ਗ੍ਰਾਮ ਨੈਗੇਟਿਵ ਹੋਣਗੇ। ਕਿਵੇਂ ਸਟੇਨਿੰਗ ਕੀਤੀ ਜਾਂਦੀ ਹੈ? ਸਭ ਤੋਂ ਪਹਿਲਾਂ ਕਿ ਬੈਕਟੀਰੀਆ ਲੈ ਲਏ ਜਾਂਦੇ, ਕਿਸੇ ਵੀ ਸੋਰਸ ਤੋਂ ਬੈਕਟੀਰੀਆ ਲੈ ਕੇ ਸਲਾਈਡ ਦੇ ਉੱਤੇ ਪਾ ਲੈਂਦੇ ਹੈ ਅਤੇ ਉਹਨਾਂ ਨੂੰ ਫਿਕਸ ਕਰ ਲੈਂਦੇ। ਹੀਟ ਫਿਕਸ ਮੈਨੇ ਹੁੰਦਾ ਕਿ ਥੋੜ੍ਹਾ ਜਿਹਾ ਗਰਮ ਕਰਕੇ ਉਹਨੂੰ ਫਿਕਸ ਕਰ ਲੈਣਾ। ਬੈਕਟੀਰੀਆ ਆਰ ਹੀਟ ਫਿਕਸਡ ਔਨ ਦਾ ਸਲਾਈਡ। ਦੈਨ ਕ੍ਰਿਸਟਲ ਵਾਇਲਟ ਸਟੇਨ ਇਜ਼ ਐਡਿਡ। ਇੱਕ ਕ੍ਰਿਸਟਲ ਵਾਇਲਟ ਕਲਰ ਦੀ ਜਿਹੜੀ ਸਟੇਨ ਹੈਗੀ ਹੈ ਉਹਦੇ ਉੱਤੇ ਐਡ ਕਰ ਦਿੱਤੀ ਜਾਂਦੀ ਹੈ, ਸਲਾਈਡ ਦੇ ਉੱਤੇ ਐਡ ਕਰਕੇ ਉਹਨੂੰ 30 ਸੈਕਿੰਡ ਤੋਂ 1 ਮਿੰਟ ਤੱਕ ਰੱਖਿਆ ਜਾਂਦਾ ਹੈ, ਠੀਕ ਹੈ। ਕਿ ਜਿਸ ਤਰ੍ਹਾਂ ਇੱਕ ਸਲਾਈਡ ਲੈ ਲਈ, ਠੀਕ ਹੈ, ਉਹਦੇ ਉੱਤੇ ਬੈਕਟੀਰੀਆ ਪਾਤੇ, ਉੱਤੇ ਕੀ ਪਾਤੀ? ਇੱਕ ਪਰਪਲ ਕਲਰ ਦੀ ਸਟੇਨ ਪਾਤੀ ਅਤੇ ਇਸ ਨੂੰ ਵੇਟ ਕੀਤੀ 30 ਸਕਿੰਟ ਵਾਸਤੇ। ਉਸ ਤੋਂ ਬਾਅਦ ਕੀ ਕੀਤਾ? ਵਾਸ਼ ਕਰਤਾ ਪਾਣੀ ਦੇ ਨਾਲ, ਇਸ ਨੂੰ ਕੀ ਕੀਤਾ ਹੈਗਾ? ਵਾਸ਼ ਕਰ ਦਿੰਦੇ ਹੈ, ਰਾਈਟ। ਵਾਸ਼ ਕਰਨ ਤੋਂ ਬਾਅਦ ਫਿਰ ਇਸ 'ਤੇ ਐਡ ਕਰਦੇ ਆਇਓਡੀਨ ਸਟੇਨ। ਕਿਹੜੀ ਸਟੇਨ ਐਡ ਕਰਦੇ ਉਸ ਤੋਂ ਬਾਅਦ? ਆਇਓਡੀਨ।
ਇਹ ਵੀ ਬਲੂ ਕਲਰ, ਕਾਫੀ ਡਾਰਕ ਬਲੂ ਕਲਰ ਦੀ ਹੁੰਦੀ ਹੈ, ਠੀਕ ਹੈ। ਤੁਹਾਨੂੰ ਯੂਜ਼ ਵੀ ਕਰਵਾਵਾਂਗੇ ਪ੍ਰੈਕਟੀਕਲ 'ਚ। ਆਇਓਡੀਨ ਸਟੇਨ ਪਾ ਦਿੰਦੇ ਆ। ਆਇਓਡੀਨ ਸਟੇਨ ਨੂੰ ਫਿਰ 30 ਸੈਕਿੰਡ ਵਾਸਤੇ ਰੱਖਦੇ ਜਾਂ 1 ਮਿੰਟ ਵਾਸਤੇ ਰੱਖਦੇ ਆ। ਉਸ ਤੋਂ ਬਾਅਦ ਹੁਣ ਇਸੇ ਪਾਣੀ ਨਹੀਂ ਪਾਣਾ, ਇਸੇ ਐਸੀਟੋਨ ਜਾਂ ਐਲਕੋਹਲ ਪਾਣੀ ਹੈ। ਜਦੋਂ ਐਸੀਟੋਨ ਜਾਂ ਐਲਕੋਹਲ ਪਾ ਦਿੰਦੇ ਆ ਤਾਂ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਰਿਜ਼ਲਟ ਕੀ ਹੈ। ਜੇ ਤਾਂ ਬੈਕਟੀਰੀਆ ਦਾ ਕਲਰ ਜਿਹੜਾ ਹੈ ਪਿੰਕਿਸ਼ ਪਰਪਲ ਔਰ ਪਰਪਲ ਬਲੂ ਕਲਰ ਹੈ ਬੈਕਟੀਰੀਆ ਦੀ ਸਲਾਈਡ ਦਾ, ਤਾਂ ਉਹ ਗ੍ਰਾਮ ਪੋਜ਼ਿਟਿਵ ਹੈ। ਜੇ ਉਹਨਾਂ ਨੇ ਇਹ ਕਲਰ ਨਹੀਂ ਦਿੱਤਾ ਤਾਂ ਉਹ ਕੀ ਹੋਣਗੇ, ਗ੍ਰਾਮ ਨੈਗੇਟਿਵ, ਠੀਕ ਹੈ। ਮਤਲਬ ਕਿ ਪਹਿਲਾਂ ਬੈਕਟੀਰੀਆ ਨੂੰ ਫਿਕਸ ਕੀਤਾ, ਫਿਰ ਉਹਦੇ ਉੱਤੇ ਸਟੇਨ ਪਾਇਆ, ਫਿਰ ਉਸ ਨੂੰ ਵਾਸ਼ ਕੀਤਾ, ਫਿਰ ਉਸੇ ਆਇਓਡੀਨ ਸਟੇਨ ਪਾਇਆ, ਫਿਰ ਉਹਨੂੰ ਐਲਕੋਹਲ ਵਾਸ਼ ਕੀਤਾ, ਫਿਰ ਉਸ ਤੋਂ ਬਾਅਦ ਉਹਦਾ ਕਲਰ ਵਾਚ ਕੀਤਾ ਅੰਡਰ ਮਾਈਕਰੋਸਕੋਪ। ਸੋ ਸਮ ਬੈਕਟੀਰੀਆ ਆਰ ਗ੍ਰਾਮ ਪੋਜ਼ਿਟਿਵ, ਸਮ ਆਰ ਗ੍ਰਾਮ ਨੈਗੇਟਿਵ। ਹੁਣ ਇਹਨਾਂ 'ਚ ਹੋਰ ਡਿਫਰੈਂਸਿਸ ਕੀ ਹੈ? ਪਹਿਲੀ ਗੱਲ ਕਿ ਜਿਹੜੇ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਹੈ ਉਹ ਕੀ ਕਰਦੇ ਆ, ਰਿਟੇਨ ਕਰਦੇ ਆ ਪਰਪਲ ਕਲਰ ਆਫ ਦਾ ਗ੍ਰਾਮ ਸਟੇਨ। ਗ੍ਰਾਮ ਸਟੇਨ ਦਾ ਪਰਪਲ ਕਲਰ, ਪਰਪਲ ਬਲੂ ਕਲਰ ਜਾਂ ਜਿਹੜਾ ਹੈਗਾ ਉਹ ਰਿਟੇਨ ਕਰਦੇ, ਮੀਨਸ ਲੈ ਲੈਂਦੇ, ਲੇਕਿਨ ਗ੍ਰਾਮ ਨੈਗੇਟਿਵ ਬੈਕਟੀਰੀਆ ਨਹੀਂ ਲੈਂਦੇ ਇਹ ਕਲਰ। ਇਹਨਾਂ ਦੀ ਸੈੱਲ ਵਾਲ ਕੀ ਹੁੰਦੀ ਹੈ, ਥਿਕ ਹੁੰਦੀ ਹੈ। ਇਹਨਾਂ ਦੀ ਸੈੱਲ ਵਾਲ ਕੀ ਹੁੰਦੀ ਹੈ, ਥਿਨ ਹੁੰਦੀ ਹੈ। ਸੈੱਲ ਵਾਲ ਦੇ ਵਿੱਚ ਟਿਕੋਇਕ ਐਸਿਡ ਨਾਮ ਦਾ ਇੱਕ ਕੈਮੀਕਲ ਪ੍ਰੈਜ਼ੈਂਟ ਹੁੰਦਾ ਜਿਹੜਾ ਕਿ ਰਿਸਪੋਂਸੀਬਲ ਹੈਗਾ ਸਟੇਨ ਲੈਣ ਵਾਸਤੇ। ਇਹਨਾਂ ਵਿੱਚ ਟਿਕੋਇਕ ਐਸਿਡ ਐਬਸੈਂਟ ਹੁੰਦਾ ਹੈ। ਕਿਹੜਾ? ਟਿਕੋਇਕ ਐਸਿਡ, ਠੀਕ ਹੈ। ਜਿਹੜੇ ਇਹ ਬੈਕਟੀਰੀਆ ਹੈਗੇ ਆ ਗ੍ਰਾਮ ਪੋਜ਼ਿਟਿਵ ਬੈਕਟੀਰੀਆ, ਇਹਨਾਂ 'ਤੇ ਐਂਟੀਬਾਇਓਟਿਕ ਇਫੈਕਟ ਕਰਦਾ। ਐਂਟੀਬਾਇਓਟਿਕ ਕੀ ਹੁੰਦਾ ਬੇਟੇ, ਜੇ ਤੁਸੀਂ ਕਿਤੇ ਬਿਮਾਰ ਹੋ ਜਾਣਾ, ਡਾਕਟਰ ਕੋਲ ਜਾਂਦੇ ਹੋ, ਉਹ ਕਹਿੰਦੇ ਤੁਹਾਨੂੰ ਤਾਂ ਆਹ ਪ੍ਰੋਬਲਮ ਹੈ, ਆਹ ਐਂਟੀਬਾਇਓਟਿਕ ਖਾ ਲਓ। ਐਂਟੀ ਮੀਨਸ ਅਗੇਂਸਟ, ਬਾਇਓਟਿਕ ਮੈਨੇ ਔਰਗੇਨਿਜ਼ਮ ਦੀ ਜਿਹੜੀ ਲਾਈਫ ਉਹਦੇ ਅਗੇਂਸਟ ਹੈ। ਜਿਹੜਾ ਮਾਈਕਰੋ ਔਰਗੇਨਿਜ਼ਮ ਤੁਹਾਡੀ ਬੋਡੀ 'ਚ ਹੈਗਾ ਉਹਦੀ ਲਾਈਫ ਦੀ ਪ੍ਰੋਸੈਸਿਸ ਉਹਨਾਂ ਨੂੰ ਰੋਕਦਾ, ਠੀਕ ਹੈ। ਦੈਟ ਇਜ਼ ਕਾਲਡ ਐਂਟੀਬਾਇਓਟਿਕ। ਸੋ ਦੇ ਆਰ ਕਿਲਡ ਬਾਈ ਐਂਟੀਬਾਇਓਟਿਕ। ਮੀਨਸ ਜੇ ਕੋਈ ਗ੍ਰਾਮ ਪੋਜ਼ਿਟਿਵ ਦੀ ਡਿਜ਼ੀਜ਼ ਸਾਨੂੰ ਹੋਈ ਹੈਗੀ ਹੈ, ਅਸੀਂ ਐਂਟੀਬਾਇਓਟਿਕ ਲੈ ਲਾਂਗੇ ਤਾਂ ਅਸੀਂ ਠੀਕ ਹੋ ਜਾਵਾਂਗੇ, ਬਟ ਦੇ ਰੈਜ਼ਿਸਟ ਟੂ ਦਾ ਐਂਟੀਬਾਇਓਟਿਕਸ। ਇਹ ਜਿਹੜੇ ਬੈਕਟੀਰੀਆ ਢੀਠ ਹੁੰਦੇ ਆ, ਜੇ ਅਸੀਂ ਐਂਟੀਬਾਇਓਟਿਕ ਲੈਂਦੇ ਵੀ ਹਾਂ ਜਲਦੀ ਇਹਨਾਂ ਦੀ ਇਨਫੈਕਸ਼ਨ ਨਹੀਂ ਜਾਂਦੀ। ਦੀਜ਼ ਆਰ ਨੋਨ ਪੈਥੋਜੈਨਿਕ, ਇਹ ਬਿਮਾਰੀਆਂ ਘੱਟ ਫੈਲਾਉਂਦੇ ਹੈ। ਦੀਜ਼ ਆਰ ਮੋਸਟਲੀ ਪੈਥੋਜੈਨਿਕ, ਮੀਨਸ ਇਹ ਤਕਰੀਬਨ ਬਹੁਤ ਥੋੜ੍ਹੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਿ ਪੈਥੋਜੈਨਿਕ ਹੋਣਗੇ। ਇਹ ਤਕਰੀਬਨ ਸਾਰੇ ਕੀ ਹੁੰਦੇ ਹੈਗੇ ਆ, ਪੈਥੋਜੈਨਿਕ ਹੁੰਦੇ ਆ, ਸਾਰੇ ਹੀ ਡਿਜ਼ੀਜ਼ ਕਾਜ਼ਿੰਗ ਹੁੰਦੇ ਆ। ਸੋ ਦਿਸ ਵੇ ਵੀ ਡਿਵਾਈਡ ਆਲ ਦਾ ਬੈਕਟੀਰੀਆ ਇੰਟੂ 2 ਕੈਟਾਗਰੀਜ਼, ਗ੍ਰਾਮ ਪੋਜ਼ਿਟਿਵ ਐਂਡ ਗ੍ਰਾਮ ਨੈਗੇਟਿਵ। ਕਲੀਅਰ? ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਹੈ what is the ਮਾਈਕੋਪਲਾਜ਼ਮਾ। ਇੱਕ ਚਲੋ ਪਹਿਲਾਂ ਇਕੋਨੋਮਿਕ ਇੰਪੋਰਟੈਂਸ ਕਰਦੇ ਹਾਂ। ਇਕੋਨੋਮਿਕ ਇੰਪੋਰਟੈਂਸ ਕੀ ਹੈਗੀ ਹੈ ਬੈਕਟੀਰੀਆ ਦੀ? ਇਹ ਬੈਕਟੀਰੀਆ ਜਿੰਨੇ ਵੀ ਹੈਗੇ ਆ ਇਹਨਾਂ ਦੀਆਂ ਯੂਜ਼ਿਸ ਵੀ ਹੈਗੇ ਆ ਔਰ ਇਹਨਾਂ ਦੀਆਂ ਹਾਰਮਸ ਵੀ ਹੈ, ਇਹਨਾਂ ਦੇ ਸਾਨੂੰ ਡਿਸਯੂਜ਼ ਵੀ ਹੈਗੇ ਆ। ਯੂਜ਼ਫੁਲ ਕਿੱਥੇ ਕਿੱਥੇ ਹੈ? ਸਭ ਤੋਂ ਪਹਿਲਾਂ ਮਿਲਕ ਇੰਡਸਟਰੀ। ਮਿਲਕ ਇੰਡਸਟਰੀ 'ਚ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ, ਆਪਾਂ ਆਪਦੇ ਘਰੇ ਹੀ ਦੇਖ ਲੈਂਦੇ ਹਾਂ ਕਿ ਅਸੀਂ ਜਦੋਂ ਦੁੱਧ ਨੂੰ ਜਮਾਉਣਾ ਹੁੰਦਾ ਹੈਗਾ, ਵੈਨ ਵੀ ਹੈਵ ਟੂ ਮੇਕ ਦਾ ਕਰਡ ਆਫ ਦਾ ਮਿਲਕ, ਅਸੀਂ ਉਹ 'ਚ ਜਾਗ ਪਾ ਦਿੰਦੇ ਹੈਗੇ ਆ, ਤਾਂ ਦੈਟ ਇਜ਼ ਲੈਕਟੋਬੈਸਿਲਸ। ਲੈਕਟੋਬੈਸਿਲਸ ਬੈਕਟੀਰੀਆ ਕੀ ਕਰਦਾ, ਇਹ ਮਿਲਕ ਇੰਡਸਟਰੀ 'ਚ ਯੂਜ਼ ਹੁੰਦਾ ਹੈ ਚੀਜ਼ ਬਣਾਉਣ ਵਾਸਤੇ ਜਾਂ ਕਰਡ ਜਾਂ ਹੋਰ ਮਿਲਕ ਪ੍ਰੋਡਕਟ ਬਣਾਉਣ ਵਾਸਤੇ। ਦੈਨ ਇਜ਼ ਦਾ ਪੈਸਟ ਰੈਜ਼ਿਸਟੈਂਟ ਪਲਾਂਟ ਬਣਾਉਣ ਵਾਸਤੇ ਬੈਕਟੀਰੀਆ ਦੀ ਯੂਜ਼ ਹੁੰਦਾ ਹੈ। ਇੱਕ ਥਿਊਰਨਜੈਨੇਸਿਸ, ਬੈਸਿਲਸ ਥਿਊਰਨਜੈਨੇਸਿਸ ਨਾਮ ਦਾ ਬੈਕਟੀਰੀਆ +2 ਵਿੱਚ ਤੁਹਾਡਾ ਪੂਰਾ ਇੱਕ ਟੌਪਿਕ ਹੈ ਇਹ, ਠੀਕ ਹੈ। ਬੈਸਿਲਸ ਥਿਊਰਨਜੈਨੇਸਿਸ ਬੈਕਟੀਰੀਆ ਇੱਕ ਐਸਾ ਬੈਕਟੀਰੀਆ ਹੈ ਜੇ ਇਹ ਬੈਕਟੀਰੀਆ ਕੁਛ ਖਾਸ ਤਰ੍ਹਾਂ ਦੇ ਕੈਮੀਕਲਸ ਪ੍ਰੋਡਿਊਸ ਕਰਦਾ ਹੈ। ਜੇ ਉਹ ਕੈਮੀਕਲ ਕਿਸੇ ਇਨਸੈਕਟ ਦੀ ਬੋਡੀ 'ਚ ਚਲੇ ਜਾਣ ਤਾਂ ਇਨਸੈਕਟ ਦੀ ਡੈਥ ਹੋ ਜਾਂਦੀ ਹੈ, ਠੀਕ ਹੈ। ਤਾਂ ਇਹ ਜਿਹੜਾ ਬੈਕਟੀਰੀਆ ਹੈ ਇਸ ਨੂੰ ਯੂਜ਼ ਕੀਤਾ ਜਾਂਦਾ ਕੀ ਬਣਾਉਣ ਵਾਸਤੇ? ਪੈਸਟ ਰੈਜ਼ਿਸਟੈਂਟ ਪਲਾਂਟ, ਕਿਉਂਕਿ ਇਹਦਾ DNA ਇਹਨਾਂ ਪਲਾਂਟਸ ਸ਼ਿਫਟ ਕਰਕੇ ਇਹ ਪਲਾਂਟਸ ਹੀ ਇਸ ਤਰ੍ਹਾਂ ਦਾ ਬਣਾ ਦਿੱਤੇ ਜਾਂਦੇ ਹਨ ਕਿ ਜੇ ਕੋਈ ਇਨਸੈਕਟ ਇਹਨਾਂ ਪਲਾਂਟਸ ਦੇ ਪੱਤਿਆਂ ਨੂੰ ਖਾਂਦਾ ਹੈਗਾ ਤਾਂ ਉਹ ਕੈਮੀਕਲ ਉਹਦੇ ਪੇਟ 'ਚ ਚਲਾ ਜਾਂਦਾ ਹੈ ਅਤੇ ਇਨਸੈਕਟ ਦੀ ਡੈਥ ਹੋ ਜਾਂਦੀ ਹੈ, ਠੀਕ ਹੈ। ਸੋ ਪੈਸਟ ਰੈਜ਼ਿਸਟੈਂਟ ਪਲਾਂਟ ਜਿਹਦੀ ਐਗਜ਼ਾਮਪਲ ਸਾਡੇ ਕੋਲ ਕੀ ਹੈ, BT ਕਾਟਨ। ਤੁਸੀਂ ਦੇਖਿਆ ਅੱਗੇ ਜਿਹੜਾ ਨਰਮਾ ਹੁੰਦਾ ਸੀਗਾ ਉਸ ਨੂੰ ਆਮ ਤੌਰ 'ਤੇ ਕੀੜੇ ਖਾ ਜਾਂਦੇ ਸੀ, ਲੇਕਿਨ ਜਿਹੜੀ BT ਕਾਟਨ ਹੈ ਇਸ ਨੂੰ ਜੇ ਕੀੜਾ ਥੋੜ੍ਹਾ ਜਿਹਾ ਵੀ ਖਾਣ ਲੱਗਦਾ ਹੈ ਤਾਂ ਉਹਦੀ ਡੈਥ ਹੋ ਜਾਂਦੀ ਹੈ। ਫਰਦਰ ਹੋਰ ਕੀੜੇ ਉਸ ਨੂੰ ਨਹੀਂ ਖਾਂਦੇ, ਜਿਸ ਕਰਕੇ ਕਾਟਨ ਦੀ ਜਿਹੜੀ ਪੈਦਾਵਾਰ ਹੈ ਉਹ ਜ਼ਿਆਦਾ ਹੋਣੀ ਸ਼ੁਰੂ ਹੋ ਗਈ। ਫਿਰ ਹੈ ਫਾਈਬਰ ਰੈਟਿੰਗ। ਫਾਈਬਰ ਰੈਟਿੰਗ ਹੁੰਦਾ ਹੈਗਾ ਕਿ ਫਾਈਬਰ ਨੂੰ ਜਾਂ ਹਾਰਡ ਫਾਈਬਰਸ ਨੂੰ ਸੌਫਟ ਕਰਦੇ, ਦੈਟ ਇਜ਼ ਕਾਲਡ fiber retting. This is done with the help of which bacterium? Clostridium bacterium. Then is the cutting of the leaves.
ਕਰਿੰਗ ਆਫ ਲੀਵਸ ਕੀ ਹੈ? ਐਡਿੰਗ फ्लेवर। फ्लेवर मैंने टेस्ट या खुशबू ऐड करना किसनों? लीव्स नूं। कॉफ़ी या टोबैको के लीव्स जिहड़े हैगे हैं उन्हां दे विच कुछ पर्टिकुलर टाइप ऑफ बैक्टीरिया ऐड किए जाते हैं, उन्होंने ट्रीट किया जाता है बैक्टीरिया के नाल, जिस नाल उन्हां दी जिहड़ी कॉफ़ी की या तंबाकू की जिहड़ी फ्लेवर है वो होर बैटर हो जाती हैगी है। दैन आ दा रूमिनेंट एनीमल्स दे विच भी बैक्टीरिया का यूज़ हुंदा है। रूमिनेंट एनीमल्स किहड़े हुंदे हैं? जिन्ने भी अपने बफैलो, काऊ, हॉर्स, ये सारे की रूमिनेंट जिहड़े अपनी ना अगाली करते रहंदे हैं कि पहला सारा तुसीं जदों पाने हैगे हो तूड़ी ते पट्ठे पाने हैगे हो, दवा दव एनीमल सारा खा लैंदा है, ठीक है ना। गावां मੱਝਾਂ सारा खा लैंदियां, बाद च बैठियां उगाली करी जांदियां कि अंदर बोलस बन जाते। बोलस रूमिनेंट उनके खाने होंदे है। रूमिनेंट की एक्चुअली खाने हैं डाइजेस्टिव सिस्टम के, उत्थे बोलस बन के जिहड़े हैगे मूँह च आई जाते हैं, उन्होंने चबा के वापस ले जाते हैं। इन्हां रूमिनेंट एनीमल्स के कुछ पर्टिकुलर इन्हां च एक बैक्टीरिया होंगे जिन्होंने मिथेनोजेंस कहने हैगे हैं, ठीक है। सो दोज बैक्टीरिया आर हैल्पिंग इन डाइजेशन ऑफ द सैलूलोज। तुहानूं पता है कि घाह फूस खाते हैं जानवर, उन्हां च सैलूलोज बहुत होंदा है। वो सैलूलोज डाइजेस्ट करने वास्ते जिहड़े बैक्टीरिया एंजाइम चाहिए हैं, वो बैक्टीरिया वो एंजाइम रूमिनेंट एलिमेंट से एनीमल से विच सक्रीट करते हैं। फिर है सीवेज ट्रीटमेंट कि जिहड़े ਆਪਾਂ ਦੇਖਦੇ ਹੈਗੇ ਹਾਂ ਕਿ ਡੇਲੀ ਆਪਾਂ ਕਿੰਨਾ ਪਾਣੀ ਜਿਹੜਾ ਹੈਗਾ ਸੀਵਰੇਜ ਦੇ ਵਿੱਚ ਜਾਂਦਾ ਹੈ, ਗੰਦਾ ਹੁੰਦਾ ਹੈ। ਉਸ ਘਰਾਂ ਦਾ ਪਾਣੀ ਹੁੰਦਾ ਹੈ, ਹੌਸਪੀਟਲਸ ਦਾ ਪਾਣੀ ਹੁੰਦਾ, ਇੰਡਸਟਰੀਜ਼ ਦਾ ਪਾਣੀ ਹੁੰਦਾ ਹੈ। ਇੰਨਾ ਸਾਰਾ ਗੰਦਾ ਪਾਣੀ ਜੇ ਆਪਾਂ ਐਂ ਛੱਡ ਦਾਂਗੇ ਤਾਂ ਪਾਣੀ ਖਤਮ ਹੋ ਜੂ, ਤਾਂ ਉਹਨੂੰ ट्रीटमेंट करके उस पानी का दोबारा रीसाइकल किया जाता है, मीनस उन्होंने बिल्कुल साफ करके दोबारा पीण योग बनाया जाता है। दैट इज़ कॉल्ड सीवेज ट्रीटमेंट। ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬੈਕਟੀਰੀਆ ਦਾ ਯੂਜ਼ ਹੁੰਦਾ ਹੈ। ਪਲੱਸ 2 ਤੁਸੀਂ ਇਹ ਸਾਰਾ ਸੀਵੇਜ ਟਰੀਟਮੈਂਟ ਪੜ੍ਹੋਗੇ, ਰਾਈਟ। ਤਾਂ ਅਸੀਂ ਇੱਕ ਸਿੰਪਲ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਬੇਸਿਲਸ ਬੈਕਟੀਰੀਆ ਜਿਹੜੇ ਹੈਗੇ ਆ ਮੈਕਸੀਮਮ ਇਸ ਸੀਵੇਜ ਟਰੀਟਮੈਂਟ ਦੇ ਵਿੱਚ ਯੂਜ਼ ਹੁੰਦੇ ਹੈ, ਸੀਵੇਜ ਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਯੂਜ਼ ਹੁੰਦੇ ਹੈ। ਦੈਨ ਆ ਦਾ ਬਾਇਓ ਫਰਟੀਲਾਈਜ਼ਰਸ। ਬਾਇਓ ਫਰਟੀਲਾਈਜ਼ਰਸ ਕੀ ਹੈ? ਨਾਈਟ੍ਰੋਬੈਕਟਰ ਅਤੇ ਨਾਈਟ੍ਰੋਸੋਮੋਨਾਸ। ਨਾਈਟ੍ਰੋਬੈਕਟਰ ਨਾਈਟ੍ਰੋਸੋਮੋਨਾਸ बैक्टीरिया हैगे हैं जिहड़े की करते हैं यूज़ करते हैगे है दे डू द फोटोसिंथेसिस। एक्चुअली ये दीज आर फोटोसिंथेटिक बैक्टीरिया। फोटोसिंथेटिक बैक्टीरिया होंदे हैगे है। इन्हां दी जे असीं सैल स्ट्रक्चर देखने हैगे, दिस इज़ अ बॉडी, ये सैल्स हैगे जिहड़े बॉडी नूं बना रहे हैं प्रेजेंट इन द चेन। इन्हां च स्पैशलाइज सैल्स होंदे हैं जिन्होंने हेटीरोसिस्ट कहते हैं। की कहते हैं? हेटीरोसिस्ट। हेटीरोसिस्ट का काम की होंदा हैगा? एटमॉस्फेरिक नाइट्रोजन नूं फिक्स रख करना, टू फिक्स एटमॉस्फेरिक नाइट्रोजन। ਤਾਂ ਇਹ ਜਿਹੜੇ ਨਾਈਟ੍ਰੋਬੈਕਟਰ ਤੇ ਨਾਈਟ੍ਰੋਸੋਮੋਨਾਸ ਹੈ, ਇਹਨਾਂ ਦੇ ਵਿੱਚ ਹੈਟੀਰੋਸਿਸਟ ਹੁੰਦੇ ਹੈ, ਜਿਹਦੇ ਕਰਕੇ ਐਟਮੋਸਫੀਅਰ ਦੀ ਨਾਈਟ੍ਰੋਜਨ ਨੂੰ ਇਹ ਫਿਕਸ ਕਰ ਲੈਂਦੇ, ਇਕੱਠੀ ਕਰ ਲੈਂਦੇ ਹੈ। ਇਸ ਕਰਕੇ ਐਜ਼ ਬਾਇਓ ਫਰਟੀਲਾਈਜ਼ਰ ਇਹ ਯੂਜ਼ ਕੀਤੇ ਜਾਂਦੇ ਹੈ। ਇਹ ਸੀਗੇ ਸਾਡੇ ਕੋਲ ਯੂਜ਼ਫੁਲ ਬੈਕਟੀਰੀਆ। ਫਿਰ ਸਾਡੇ ਕੋਲ ਆ ਜਾਂਦੇ ਹਾਰਮਫੁਲ ਬੈਕਟੀਰੀਆ। ਹਾਰਮਫੁਲ ਬੈਕਟੀਰੀਆ 'ਚ ਕਿਹੜੇ ਆ ਗਏ? ਸਭ ਤੋਂ ਪਹਿਲਾਂ ਡਿਜ਼ੀਜ਼ ਕੌਜ਼ਿੰਗ ਬੈਕਟੀਰੀਆ। ਦਿਸ ਇਜ਼ ਡਿਜ਼ੀਜ਼ ਕੌਜ਼ਿੰਗ। ਡਿਜ਼ੀਜ਼ कॉजिंग बहुत सारे बैक्टीरिया है जिहड़े अलग अलग तरह की डिजीज़ करते हैं। डिजीज़ कॉजिंग DSEAS, डिजीज़ CAUSING। तो जिमें विब्रियो कॉलरा है, कॉलरा डिजीज़ जिहड़ा हैगा कॉज करता है। दैन वी आर हैविंग द डीनाइट्रीफाइंग बैक्टीरिया। ये सीगे नाइट्रीफाइंग बैक्टीरिया, नाइट्रोजन फिक्स करते सी। ये डीनाइट्रीफाइंग बैक्टीरिया ये उल्ट काम करते हैं, फिक्स नाइट्रोजन नूं रिलीज़ कर देंगे हैं, नाइट्रोजन नूं वापस रिलीज़ कर देंगे हैं। मतलब वो प्लांट के यूज़ की नहीं रहिंदी। दोज बैक्टीरिया डी मैंने बाहर कढ़ना, नाइट्रोजन नूं वापस बाहर कढ़ देना, डीनाइट्रीफाइंग बैक्टीरिया। सिस्टम दे विचों जिहदे विच नाइट्रीफाइंग बैक्टीरिया ने फिक्स कीती सी, डीनाइट्रीफाइंग उस नूं रिमूव कर देंगे। दैन इज़ अ फूड पॉइजनिंग कि जे साडा जिहड़ा फूड हैगा वो कुछ ऐसियां दी कंडीशनस पे है कि बैक्टीरिया उसमें इन्फैक्ट कर सकन, तो ये फूड पॉइजनिंग मतलब कि उन्हें कुछ ऐसा दे कैमिकल्स प्रोड्यूस करते हैं बैक्टीरिया, उन्होंने अंदर अपनी बॉडी के लैन दे नाल दे एक्ट एज टॉक्सिन्स, वो जहर का काम करते हैं तो अल्टीमेटली
ਹਿਊਮਨ ਬੀਂਗ ਦੀ ਡੈਥ ਹੋ ਸਕਦੀ ਹੈ। ਤਾਂ ਇਹਦੀ ਐਗਜ਼ਾਮਪਲ ਕਿ ਕਲੋਸਟ੍ਰੀਡੀਅਮ ਬੋਟੂਲਿਜ਼ਮ ਇੱਕ ਇਸ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਕਿ ਫੂਡ ਪੋਇਜ਼ਨਿੰਗ ਕਾਜ਼ ਕਰਦਾ ਹੈ। ਦਿਸ ਵਾਜ਼ ਅਬਾਊਟ ਦਾ ਵੇਰੀਅਸ ਟਾਈਪਸ ਆਫ ਯੂ ਬੈਕਟੀਰੀਆ। ਠੀਕ ਹੈ, ਕਲਾਸੀਫਿਕੇਸ਼ਨ ਸੀ। ਉਸ ਤੋਂ ਬਾਅਦ ਲਾਸਟ ਸਾਡੇ ਕੋਲ ਆ ਜਾਂਦਾ ਹੈਗਾ ਮਾਈਕੋਪਲਾਜ਼ਮਾ ਸਮੋਲੈਸਟ ਬੈਕਟੀਰੀਆ ਹੈ। these are smallest type of bacteria। ਇਹਨਾਂ 'ਚ ਇੱਕ ਖਾਸ ਕਰੈਕਟਰ ਕੀ ਹੈ? they have only cell membrane, cell wall is absent, ਇਹ ਜਨਰਲੀ ਪੈਥੋਜੈਨਿਕ ਹੁੰਦੇ ਹੈ, ਮੀਨਸ ਡਿਜ਼ੀਜ਼ ਕਾਜ਼ਿੰਗ ਹੁੰਦੇ ਹੈ, ਐਂਡ respiration without oxygen, they don't need oxygen to live, so these are the mycoplasma। ठीक है, so this was all about the kingdom Monera। अपना इत्थे ख़त्म हो गया, राइट।